ਵੀਰਵਾਰ ਤੜਕੇ ਸਵੇਰੇ ਮੇਰੇ ਮਦਰ ਉਹਨਾਂ ਨੂੰ ਕੋਈ ਪ੍ਰੋਬਲਮ ਆਈ ਸਾਹ ਦੀ ਥੋੜੀ ਬਹੁਤ। ਇਸ ਹਸਪੀਟਲ ਲੈ ਆਇਆ ਉਹਨਾਂ को, ਬਟ ਮਾਮਲਾ ਕੁਝ ਹੋਰ ਹੀ ਹੋ ਗਿਆ। ਫੋਰਸਫੁਲੀ ਇਲਾਜ ਕੀਤਾ ਗਿਆ, ਮੈਨੂੰ ਬਿਨਾਂ ਪੁੱਛਿਆ ਦੱਸਿਆ। ਜਿਹੜੀ ਐਂਜੀਓਗ੍ਰਾਫੀ ਹੋਣੀ ਸੀ 2 ਦਿਨਾਂ ਬਾਅਦ, ਉਹ ਇਹਨਾਂ ਨੇ ਕਰਤੀ ਉਸੇ ਦਿਨ, ਕਿਉਂਕਿ ਮੈਂ ਇਹਨਾਂ ਕੋਲ ਮੰਗ ਲਿਆ ਰਿਪੋਰਟਾਂ ਕਿ ਮੈਂ ਸੈਕਿੰਡ ਓਪੀਨੀਅਨ ਲੈਣੀ ਹੈ। ਤੇ ਇਹਨਾਂ ਨੂੰ ਸੀ ਕਿ ਕਿਤੇ ਮਰੀਜ਼ ਭੱਜ ਨਾ ਜਾਵੇ। ਆਟੋ 'ਚ ਲੈ ਕੇ ਪਾਏ ਮੰਮੀ ਨੂੰ, ਕੋਈ ਨਹੀਂ ਗੱਲ नहीं ही। वो रात को आती है, उसको मेजर हार्ट अटैक हुआ होता है और पूरे लंग्स में पानी जमा होता है, जिसको टेक्निकली स्पीकिंग हार्ट फेलियर बोलते हैं। ਮੇਰਾ ਨਾਮ ਵਿਸ਼ਾਲ ਸ਼ਰਮਾ ਜੀ, ਮੈਂ ਜਵਾਹਰ ਨਗਰ ਦਾ ਰਹਿਣ ਵਾਲਾ ਵਾਸੀ ਹਾਂ। ਵੀਰਵਾਰ ਤੜਕੇ ਸਵੇਰੇ ਮੇਰੇ ਮਦਰ ਸੁਮਨ ਸ਼ਰਮਾ ਇਹਨਾਂ ਦਾ ਨਾਮ ਹੈ, ਉਹਨਾਂ ਨੂੰ ਕੋਈ ਪ੍ਰੋਬਲਮ ਆਈ ਸਾਹ ਦੀ ਥੋੜੀ ਬਹੁਤ। ਤੇ ਮੈਂ ਉਸ ਕੇਸ ਵਿੱਚ ਇਸ ਹਸਪੀਟਲ ਲੈ ਆਇਆ ਉਹਨਾਂ ਕੋਲ ਕਿ ਮੈਂ ਚਲੋ ਇੱਥੇ ਟ੍ਰੀਟਮੈਂਟ ਕਰਾਵਾਂਗੇ, ਸਹੀ ਹੋਏਗਾ। ਬਟ ਮਾਮਲਾ ਕੁਝ ਹੋਰ ਹੀ ਹੋ ਗਿਆ। ਅੱਜ ਮੇਰੀ ਮਾਂ ਇਸ ਦੁਨੀਆ 'ਚ ਨਹੀਂ ਹੈ ਤੇ ਉਹਦੀ ਵਜ੍ਹਾ ਨੇ ਇਹ ਹਸਪੀਟਲ ਦੇ ਡਾਕਟਰ ਲਾਲਚੀ ਡਾਕਟਰ ਕਾਰਪੋਰੇਟ ਹਸਪੀਟਲ, ਇੱਥੇ ਡਾਕਟਰ ਜਤਿੰਦਰ ਮਲਹੋਤਰਾ ਨਾਲ ਵਿਨੋਦ ਕੁਮਾਰ, ਇਹਨਾਂ ਦੋਵਾਂ ਨੇ ਮੇਰੀ ਮਾਂ ਦਾ ਗਲਤ ਇਲਾਜ ਕਰਕੇ ਮੈਨੂੰ ਫੋਰਸਫੁਲੀ ਇਲਾਜ ਕੀਤਾ ਗਿਆ। ਮੈਨੂੰ ਬਿਨਾਂ ਪੁੱਛਿਆ ਦੱਸਿਆ ਕਿ ਬਹੁਤ ਮਾਮਲਾ ਸੀਰੀਅਸ ਹੈ, ਜਦੋਂ ਕਿ ਇੱਦਾਂ ਦੀ ਕੋਈ ਗੱਲ ਨਹੀਂ ਸੀ। ਬਾਰ-ਬਾਰ ਆਪਣੇ ਬਿਆਨ ਬਦਲਦੇ ਰਹੇ। ਬਾਅਦ 'ਚ ਕਹਿੰਦੇ ਨਹੀਂ ਜੀ ਸਟੰਟ ਪਾਉਣ ਦੀ ਲੋੜ ਨਹੀਂ ਸੀ, ਆਪਰੇਸ਼ਨ ਦੀ ਲੋੜ ਨਹੀਂ ਸੀ, ਫੂਡ ਪਾਈਪ 'ਚ ਪ੍ਰੋਬਲਮ ਸੀ ਜਦੋਂ ਡੈਥ ਹੋ ਗਈ। ਪਹਿਲਾਂ ਕੁਝ ਹੋਰ ਕਹਿੰਦੇ ਰਹੇ, ਹੁਣ ਉਹ ਆਪਣੀ ਗਲਤੀਆਂ ਨਹੀਂ ਮੰਨਦੇ ਪਏ। ਸਾਹ ਦੀ ਦਿੱਕਤ ਕਰਕੇ ਲਿਆਇਆ ਗਿਆ ਤੇ ਟ੍ਰੀਟਮੈਂਟ ਕਿਹੜਾ ਕੀਤਾ ਇਹਨਾਂ ਨੇ? ਇਹਨਾਂ ਨੇ ਆਕਸੀਜਨ ਲਾਈ ਜੀ, ਆਕਸੀਜਨ ਲਾ ਕੇ ਫਰਕ ਪੈ ਗਿਆ। ਸਾਨੂੰ ਉਦੋਂ ਕਹਿੰਦੇ ਜੀ ਕ੍ਰਿਟੀਕਲ ਕੰਡੀਸ਼ਨ ਹੈਗੀ ਹੈ, ਹਜੇ ਟੈਸਟ ਹੋਣਗੇ। ਫਿਰ ਦੱਸਣ ਲੱਗ ਪਏ ਮਾਈਨਰ ਅਟੈਕ ਹੈ, ਫਿਰ ਕਹਿਣ ਲੱਗ ਪਏ ਵੱਡਾ ਅਟੈਕ ਹੈ। ਟ੍ਰੀਟਮੈਂਟ ਤੁਹਾਡਾ ਕੈਸ਼ ਸੀ ਜਾਂ ਇੰਸ਼ੋਰੈਂਸ ਸੀ? ਉਹੀ ਗੱਲ ਤੇ ਗਲਤ ਹੋ ਗਈ। ਇੰਸ਼ੋਰੈਂਸ ਦਾ ਕਾਰਡ ਇਹਨਾਂ ਨੇ ਵੇਖਿਆ ਤੇ ਇਹਨਾਂ ਦੇ ਫਿਰ ਲਾਲਚ ਆ ਗਿਆ ਮਨ 'ਚ। ਇਹਨਾਂ ਨੇ ਹੋਇਆ ਕਿ ਹੁਣ ਮਰੀਜ਼ ਨੂੰ ਵੱਧ ਤੋਂ ਵੱਧ ਬਿਮਾਰੀਆਂ ਦੱਸ ਕੇ, ਵੱਧ ਤੋਂ ਵੱਧ ਇਹਦਾ ਆਪਰੇਸ਼ਨ ਕਰਕੇ ਅਸੀਂ ਵੱਧ ਤੋਂ ਵੱਧ ਪੈਸੇ ਠੱਗ ਲਈਏ, ਜੋ ਕਿ ਇਹ ਕਰਦੇ ਆਏ ਨੇ। ਇੱਕ ਵਾਰ ਜਿਹੜੀ 2 ਵਾਰ ਕਰ ਚੁੱਕੇ ਨੇ। ਇਸ ਗੱਲ ਦਾ ਪਤਾ ਮੈਨੂੰ ਉਦੋਂ ਲੱਗਾ ਜਦੋਂ ਮੈਂ ਇੱਥੇ ਦਾਖਲ ਕਰਾ ਚੁੱਕਿਆ ਹਾਂ। ਮੈਨੂੰ ਬੜਿਆਂ ਨੇ ਸਲਾਹ ਦਿੱਤੀ ਕਿ ਵੀ ਇੱਥੋਂ ਕਢਵਾ ਲਾ, ਬਟ ਮੈਂ ਇਹਨਾਂ ਨੂੰ ਕਿਹਾ ਕਿ ਮੇਰੇ ਮਦਰ ਠੀਕ ਨੇ, ਉਹਨਾਂ ਨੂੰ ਛੁੱਟੀ ਦੇ ਦਿਓ। ਉਹ ਕਹਿੰਦੇ ਠੀਕ ਆ, ਤੁਸੀਂ ਸਾਈਨ ਕਰ ਦਿਓ। ਮੈਂ ਸਾਈਨ ਕਰਤੇ। ਉਸ ਤੋਂ ਬਾਅਦ ਵਿੱਚ ਕਹਿੰਦੇ ਕਿ ਹੁਣ ਤੁਸੀਂ ਛੁੱਟੀ ਮਿਲ ਜਾਏਗੀ, ਬਟ ਹਜੇ ਨਹੀਂ ਮਿਲਣੀ, ਉਸ ਤੋਂ ਪਹਿਲਾਂ ਟੈਸਟ ਹੋਣਗੇ। ਤੇ ਇਹਨਾਂ ਨੇ ਟੈਸਟ ਵਿੱਚ ਕਿਹਾ ਕਿ ਮਦਰ ਤੁਹਾਡੇ ਠੀਕ ਹੋ ਗਏ ਸੀ, ਉਸ ਤੋਂ ਬਾਵਜੂਦ ਇਹਨਾਂ ਨੇ ਮਦਰ ਮੇਰੇ ਬਿਲਕੁਲ ਠੀਕ ਸੀ। ਤੁਸੀਂ ਇਹਨਾਂ ਦੀ ਰਿਕਾਰਡਿੰਗ 'ਚ ਦੇਖ ਲਓ, ਚੰਗੇ ਭਲੇ ਬਹਿ ਕੇ ਖਾਣਾ ਖਾ ਰਹੇ ਨੇ, ਗੱਲਬਾਤ ਕਰ ਰਹੇ ਨੇ। ਆਈਸੀਯੂ ਵਿੱਚ ਕਿਹੜਾ ਮਰੀਜ਼ ਹੁੰਦਾ ਹੈ ਕਿ ਜਿਹੜਾ ਉੱਠ ਕੇ ਗੱਲਬਾਤ ਵੀ ਕਰ ਰਿਹਾ, ਖਾਣਾ ਵੀ ਖਾ ਰਿਹਾ, ਕੋਈ ਪ੍ਰੋਬਲਮ ਨਹੀਂ। ਉਹਨੂੰ ਆਈਸੀਯੂ 'ਚ ਰੱਖਿਆ ਕਰੋ ਤੇ ਮੈਨੂੰ ਸਿਰਫ ਬਿੱਲ ਬਣਾਉਣ ਲਈ। ਮੈਂ ਤਾਂ ਕਹਿੰਦਾ ਰਹਿ ਗਿਆ ਕਿ ਇਹਨਾਂ ਨੂੰ ਸ਼ਿਫਟ ਕਰ ਦਿਓ ਰੂਮ 'ਚ, ਬਟ ਇਹਨਾਂ ਨੇ ਨਹੀਂ ਕੀਤਾ। ਨਹੀਂ ਜੇ ਆਈਸੀਯੂ 'ਚ ਰਹਿਣਗੇ। ਤੇ ਬਾਅਦ ਜਿਹੜੀ ਐਂਜੀਓਗ੍ਰਾਫੀ ਹੋਣੀ ਸੀ 2 ਦਿਨਾਂ ਬਾਅਦ, ਉਹ ਇਹਨਾਂ ਨੇ ਕਰਤੀ ਉਸੇ ਦਿਨ, ਕਿਉਂਕਿ ਮੈਂ ਇਹਨਾਂ ਕੋਲ ਮੰਗ ਲਿਆ ਰਿਪੋਰਟਾਂ ਕਿ ਮੈਂ ਸੈਕਿੰਡ ਓਪੀਨੀਅਨ ਲੈਣੀ ਹੈ। ਤੇ ਇਹਨਾਂ ਨੂੰ ਸੀ ਕਿ ਕਿਤੇ ਮਰੀਜ਼ ਭੱਜ ਨਾ ਜਾਵੇ। ਤੇ ਉਹਨਾਂ ਨੇ ਫਿਰ ਉਸੇ 2 ਦਿਨ ਜਿਹੜੀ ਬਾਅਦ 'ਚ ਕਰਨੀ ਸੀ, ਆਪਣੇ ਬਿਆਨ ਬਦਲਤੇ, ਉਹ ਪਹਿਲਾਂ ਕਰ ਲਈ। ਪਹਿਲਾਂ ਕਹਿੰਦੇ ਮਰੀਜ਼ ਬਹੁਤ ਕ੍ਰਿਟੀਕਲ ਹੈ, ਐਂਜੀਓਗ੍ਰਾਫੀ 2 ਦਿਨ ਬਾਅਦ ਹੋਏਗੀ। ਫਿਰ ਕਹਿੰਦੇ ਹੁਣ ਸੇਮ ਡੇ ਹੋਏਗੀ। ਉਸ ਤੋਂ ਬਾਅਦ 'ਚ ਮੈਨੂੰ ਇੱਕ ਡਾਕਟਰ ਕਹਿੰਦਾ ਵਾ ਠੀਕ ਆ ਚਲੋ ਕੋਈ ਨਹੀਂ। ਮੈਂ ਕਿਹਾ ਮੈਂ ਓਪੀਨੀਅਨ ਲੈ ਕੇ ਸਟੰਟ ਪਵਾਉਣੇ ਆ, ਬਹੁਤ ਕ੍ਰਿਟੀਕਲ ਕੰਡੀਸ਼ਨ ਹੈ, ਸਟੰਟ ਪਵਾਓ, ਬਲੋਕੇਜ ਹੈ, ਇਹ ਹੈ ਉਹ, ਜਿੱਦਾਂ ਡਰਾਉਂਦੇ ਹੁੰਦੇ ਨੇ ਕਿ ਤੁਸੀਂ ਲਾਈਫ ਦਾ ਖੇਡ ਰਹੇ ਹੋ, ਤੁਸੀਂ ਡਿਸੀਜਨ ਲੇਟ ਨਾ ਕਰੋ, 2 ਮਿੰਟ 'ਚ ਡਿਸੀਜਨ ਦਿਓ ਮੈਨੂੰ। ਮੇਰੇ ਕੋਲ ਫੋਰਸਫੁਲੀ ਇਹਨਾਂ ਨੇ ਸਟੰਟ ਪਵਾਏ ਗਏ ਨੇ, ਜਿਹੜਾ ਮੈਨੂੰ ਪਤਾ ਹੀ ਨਹੀਂ ਸੀ। ਉਹ ਬਾਅਦ ਵਿੱਚ ਪਤਾ ਲੱਗਾ ਕਿ ਸਟੰਟ ਪਾਏ। ਗੋਲ ਮੋਲ ਦੀ ਗੱਲ ਕਰਕੇ ਕਿ ਬਸ। ਮੇਰਾ ਨਾਮ ਵਿਕਰਮ ਹੈਗਾ ਜੀ। ਆਪਾਂ ਬੁੱਧਵਾਰ ਮੰਮੀ ਰਾਤੀ ਨੂੰ 1:30 ਵਜੇ ਇੱਥੇ ਲੈ ਕੇ ਆਏ ਸੀਗੇ। ਮੈਨੂੰ ਸਾਹ ਦੇ ਲੈਣ 'ਚ ਦਿੱਕਤ ਹੋਈ ਸੀਗੀ ਤੇ ਇਹਨਾਂ ਇੱਥੇ ਆ ਕੇ ਪਾਏ ਤੇ ਇਹਨਾਂ ਨੇ ਆਟੋ 'ਚ ਲੈ ਕੇ ਪਾਏ ਮੰਮੀ ਨੂੰ, ਕੋਈ ਨਹੀਂ ਗੱਲ ਨਹੀਂ ਸੀ। ਤੇ ਇਹਨਾਂ ਨੇ ਆਈਸੀਯੂ ਵਿੱਚ ਦਾਖਲ ਕਰ ਦਿਆ। ਤੇ ਉਸ ਤੋਂ ਬਾਅਦ 2 ਘੰਟੇ ਬਾਅਦ ਕਹਿੰਦੇ ਥੋੜੇ ਜਿਹੇ ਨੋਰਮਲ ਹੋਏ ਜੀ, ਹੁਣ ਸਾਹ ਠੀਕ ਹੁੰਦਾ ਪਿਆ ਇਹਨਾਂ ਦਾ। ਫਿਰ ਇਹਨਾਂ ਨੇ ਐਕਸਰੇ ਕਰਾਇਆ ਤੇ ਮੈਂ ਗਿਆ, ਮੈਂ ਐਕਸਰੇ ਭਾਜੀ ਕੀ ਰਿਪੋਰਟ ਆਈ ਸਰ? ਕਹਿੰਦੇ ਐਕਸਰੇ ਤੁਹਾਡਾ ਠੀਕ ਹੋਇਆ ਵਾ, ਥੋੜੀ ਜਿਹੀ ਪ੍ਰੋਬਲਮ ਹੈਗੀ, ਦਵਾਈ ਨਾਲ ਫਰਕ ਪੈ ਜਾਏਗਾ। ਠੀਕ ਹੈ। ਫਿਰ ਇਹਨਾਂ ਨੇ ਟੈਸਟ ਕਰਾਏ ਇਹਨਾਂ ਨੇ। ਫਿਰ ਟੈਸਟ ਜਿਹਨੇ ਕੀਤੇ ਸੀ ਉਹ ਲੰਘਦਾ ਪਿਆ, ਇਹਨੂੰ ਪੁੱਛਿਆ ਟੈਸਟ ਰਿਪੋਰਟ ਭਾਜੀ ਕੀ ਆਈ ਹੈ? ਕਹਿੰਦੇ ਰਿਪੋਰਟ ਸਹੀ ਆਈ ਹੈ, ਮੈਂ ਡਾਕਟਰ ਨੂੰ ਭੇਜਦੀ ਹੈ ਤੇ ਕੋਈ ਗਲਤ ਭਰਾਉਣ ਵਾਲੀ ਗੱਲ ਨਹੀਂ ਹੈਗੀ। ਤੇ ਉਸ ਤੋਂ ਅਗਲੇ ਦਿਨ ਸਵੇਰੇ ਮੰਮੀ ਬਿਲਕੁਲ ਠੀਕ ਹੋ ਗਏ, ਖਾਣਾ ਵੀ ਖਾਣ ਲੱਗ ਪਏ, ਫਰੂਟ ਵੀ ਖਾਣ ਲੱਗ ਪਏ, ਦਲੀਆ ਵੀ ਖਾਧਾ। ਤੇ ਉਸ ਤੋਂ ਬਾਅਦ ਇਹ ਕਿਹਾ, ਇਹ ਭਰਾ ਨੇ ਕਿਹਾ ਕਿ ਆਪਣਾ ਡਾਕਟਰ ਸਾਹਿਬ ਹੁਣ ਮੰਮੀ ਠੀਕ ਹੈਗੇ ਨੇ ਤੇ ਇਹਨਾਂ ਨੂੰ ਰੂਮ ਵਿੱਚ ਸ਼ਿਫਟ ਕਰ ਦਿਓ। ਕਹਿੰਦੇ ਨਹੀਂ ਜਾਂ ਛੁੱਟੀ ਸ਼ਿਫਟ ਕਰ ਦਿਓ। ਕਹਿੰਦੇ ਨਹੀਂ ਹਜੇ ਨਹੀਂ, ਆਪਣਾ ਹਜੇ ਆਪਾਂ ਹੋਰ ਟੈਸਟ ਕਰਨੇ ਆ। ਕਿਹੜੇ ਡਾਕਟਰ ਨਾਲ ਗੱਲ ਹੋਈ ਸੀ ਛੁੱਟੀ ਦੇਣ ਲਈ? ਡਾਕਟਰ ਕਿਹੜੇ ਡਾਕਟਰ ਇੱਥੇ? ਡਾਕਟਰ ਵਿਨੋਦ ਕੁਮਾਰ ਸੀਗੇ। ਤੇ ਫਿਰ ਉਹ ਕਹਿੰਦੇ ਨਹੀਂ ਟੈਸਟ ਹੋਣਗੇ, ਉਸ ਤੋਂ ਬਾਅਦ ਆਪਾਂ ਵੇਖਾਂਗੇ। ਫਿਰ ਉਹਨਾਂ ਹੋਰ ਟੈਸਟ ਕੀਤੇ ਪਏ, ਕਹਿੰਦੇ ਤੁਹਾਡੇ ਨਾ ਮੰਮੀ ਦੇ ਲੰਗਸ ਵਿੱਚ ਪਾਣੀ ਭਰ ਗਿਆ। ਤੇ ਮੈਂ ਕਿਹਾ ਫਿਰ ਹੁਣ ਕੀ ਕਰੋਗੇ? ਕਹਿੰਦੇ ਦਵਾਈ ਚਲੇਗੀ, ਫਰਕ ਪੈ ਜਾਏਗਾ। ਇਹ ਠੀਕ ਹੈ। ਫਿਰ ਉਹਨਾਂ ਦਵਾਈ ਸ਼ੁਰੂ ਕੀਤੀ। ਫਿਰ ਸ਼ਾਮ ਦੇ ਆਪਣੇ ਡਾਕਟਰ ਆਇਆ ਪੈ ਗਿਆ ਕਿ ਰਿਪੋਰਟ ਕੀ ਪ੍ਰੋਗਰੈਸ ਹੋਈ ਹੈ। ਕਹਿੰਦੇ ਤੁਹਾਨੂੰ ਫਰਕ ਪੈਂਦਾ ਪਿਆ, ਮੰਮੀ ਨੂੰ ਸਟੇਬਲ ਹੈਗੇ ਆ, ਠੀਕ ਹੈਗੇ, ਕੋਈ ਗੱਲ ਨਹੀਂ।
ਤੇ ਉਸ ਤੋਂ ਬਾਅਦ ਕਹਿੰਦੇ ਫਿਰ ਟੈਸਟ ਕਰਨਾ ਸੀ ਇਹਨਾਂ ਨੇ ਬਲੋਕੇਜ ਦਾ, ਕਹਿੰਦੇ 2 ਦਿਨ ਬਾਅਦ ਹੋਏਗਾ, ਜੇ ਸਟੇਬਲ ਹੋਣਗੇ ਫਿਰ ਟੈਸਟ ਹੋਏਗਾ। ਤੇ ਇਹ ਕਹਿੰਦੇ ਲੋੜ ਹੈਗੀ ਹੈ, ਕਹਿੰਦੇ ਵੈਸੇ ਚਲੋ ਲੋੜ ਨਹੀਂ ਪੈਣੀ, ਵੈਸੇ ਜੇ ਪੈ ਵੀ ਜਾਏਗੀ ਕਰ ਲਾਂਗੇ। ਕਹਿੰਦਾ ਤੁਹਾਡਾ ਕਾਰਡ ਹੈਗਾ ਕੋਈ ਨਹੀਂ, ਤੁਹਾਨੂੰ ਕੀ ਆ ਤੁਸੀਂ ਟੈਸਟ ਕਰਾ ਲਓ, ਤੁਹਾਡੀ ਸ਼ੱਕ ਨਿਕਲ ਜਾਏਗਾ। ਕਹਿੰਦੇ ਆਪਾਂ ਸ਼ੱਕ ਆਪਣੇ ਕੱਢਣਾ ਬਾਹਰ, ਠੀਕ ਹੈ। ਤੇ ਉਸ ਤੋਂ ਬਾਅਦ ਭਰਾ ਨੇ ਰਿਪੋਰਟਾਂ ਮੰਗੀਆਂ, ਸਾਡਾ ਅਸੀਂ ਫੋਨ ਕੀਤਾ ਮਾਸਟਰ ਜੀ ਨੂੰ, ਉਹ ਕਹਿੰਦੇ ਹਸਪੀਟਲ ਸਹੀ ਨਹੀਂ ਹੈਗਾ, ਉੱਥੇ ਤੁਸੀਂ ਛੁੱਟੀ ਲੈ ਲਓ। ਤੇ ਛੁੱਟੀ ਲੈ ਲਓ ਆਪਾਂ, ਫਿਰ ਚਲੋ ਉਹਨਾਂ ਨੂੰ ਕਿਹਾ ਆਪਣੇ ਰਿਪੋਰਟਾਂ ਦੇ ਦਿਓ, ਸਾਨੂੰ ਰਿਪੋਰਟਾਂ ਦੇਣ ਨਾ। ਫਿਰ ਡਾਕਟਰ ਸਾਡੇ ਫਰੈਂਡ ਦਾ ਵਾਕਫ ਹੋਇਆ ਸੀ, ਉਹਨੂੰ ਕਿਹਾ ਆਪਾਂ, ਫਿਰ ਉਹਨੂੰ ਕਿਹਾ ਡਾਕਟਰ ਨੇ, ਉਹਨੇ ਰਿਪੋਰਟਾਂ ਲੈ ਕੇ ਦਿੱਤੀਆਂ ਵੀ ਦੇਰ ਬਾਅਦ। ਉਸ ਤੋਂ ਬਾਅਦ ਡਾਕਟਰ ਵਿਨੋਦ ਆ ਗਏ, ਕਹਿੰਦੇ ਨਹੀਂ ਤੁਹਾਡਾ ਮਰੀਜ਼ ਸਟੇਬਲ ਹੈਗਾ ਵਾ ਤੇ ਇਹਨਾਂ ਨੂੰ ਬਲੋਕੇਜ ਵਾਸਤੇ ਟੈਸਟ ਕਰਨਾ ਪਏਗਾ। ਅਈਗਾ ਤੁਸੀਂ ਕਿਹਾ ਸੀ ਲੋੜ ਨਹੀਂ ਪੈਣੀ, 2 ਦਿਨ ਬਾਅਦ ਲੋੜ ਪੈਣੀ, ਕਹਿੰਦੇ ਨਹੀਂ ਹੁਣੇ ਸਟੇਬਲ ਹੈਗੇ, ਕਰ ਦੇਣਾ ਟੈਸਟ। ਅਨਸਟੇਬਲ ਹੈ, ਪਹਿਲੇ ਅਨਸਟੇਬਲ ਸੀ, ਕਹਿੰਦੇ ਅਨਸਟੇਬਲ ਆ ਤੇ ਕਰਨੀ ਫਟਾਫਟ ਕਰਾਓ। ਤੇ ਟੈਸਟ ਕਰਾਣ ਗਏ ਆ, ਉੱਥੇ ਜਾ ਕੇ ਇਹਨਾਂ ਨੇ ਪੈਪਾ ਪੂਪਾ ਪਾਈਆਂ ਵਿੱਚ, ਸਾਨੂੰ ਫਿਰ ਬਾਅਦ ਘੰਟੇ ਬਾਅਦ ਬੁਲਾਇਆ ਸਾਨੂੰ, ਕਹਿੰਦੇ ਆਵੇ ਫਿਰ ਇਹਨਾਂ ਦੇ ਬਲੋਕੇਜ ਹੈਗੀ ਬਹੁਤ ਜ਼ਿਆਦਾ। ਇਹ ਤੁਹਾਨੂੰ ਸਮਝ ਨਹੀਂ ਗਈ, ਤੁਹਾਨੂੰ ਪਤਾ ਹੈਗਾ ਬਲੋਕੇਜ ਹੈ ਕਿ ਨਹੀਂ ਹੈ? ਕਹਿੰਦੇ ਨਹੀਂ ਤੇ 2 ਪਾਈਪਾਂ ਵਿੱਚ ਬਲੋਕੇਜ ਜ਼ਿਆਦਾ ਵਾ, ਇੱਕ ਵਿੱਚ ਬਲੋਕੇਜ ਘੱਟ ਗਈ ਹੈ, ਤੇ ਉਹ ਦਵਾਈ ਨਾਲ ਠੀਕ ਹੋ ਜਾਏਗੀ, 2 ਸਟੰਟ ਪੈਣਗੇ। ਅਸੀਂ ਤੁਹਾਨੂੰ ਆਪਣੀ ਸੀਡੀ ਦੇ ਦਿਓ ਤੇ ਆਪਾਂ ਸੀਡੀ ਖਾ ਕੇ ਤੇ ਸੈਕਿੰਡ ਓਪੀਨੀਅਨ ਲਵਾਂਗੇ ਆਪਾਂ। ਕਹਿੰਦੇ ਕੋਈ ਨਹੀਂ, ਤੁਹਾਡੇ ਕੋਲ 15-20 ਮਿੰਟ ਹੈਗੇ ਆ, 15-20 ਮਿੰਟ ਤੱਕ ਹੋ ਗਏ ਆ, ਤੁਸੀਂ ਆਪਣਾ ਡਿਸਾਈਡ ਕਰ ਲਓ। ਫਿਰ ਸਾਨੂੰ ਅਸੀਂ ਬਾਹਰ ਆਏ ਆ, ਫਿਰ ਸਾਨੂੰ ਬੁਲਾਣ ਆ ਗਏ, ਕਹਿੰਦੇ ਤੁਸੀਂ ਡਾਕਟਰ ਮਲਹੋਤਰਾ ਕੋਲ ਜਾਓ ਥੱਲੇ। ਅਸੀਂ ਡਾਕਟਰ ਮਲਹੋਤਰਾ ਕੋਲ ਆ ਗਏ, ਉਹਨਾਂ ਨੂੰ ਪੁੱਛਿਆ, ਕਹਿੰਦੇ ਮੈਂ ਵੇਖਦਾ ਪਿਆ ਵਾਂ ਤੁਹਾਡੀ ਮੰਮੀ ਦੀ ਨਾ ਹਾਲਤ ਬਹੁਤ ਮਾੜੀ ਗਈ, ਬਹੁਤ ਸਹੀ ਨਹੀਂ ਗਈ। ਇਹ ਕਿ ਮੰਮੀ ਸਾਡੇ ਖਾਂਦੇ ਪੀਂਦੇ ਪਏ ਆ, ਬਿਲਕੁਲ ਸਹੀ ਹੈਗੇ ਨੇ। ਕਹਿੰਦੇ ਨਹੀਂ ਉਹ ਬਾਹਰੋਂ ਸਹੀ ਹੈ, ਤੇ ਅੰਦਰੋਂ ਬਹੁਤ ਹਾਲਤ ਮਾੜੀ ਹੈ, ਤੇ ਸਟੰਟ ਤੁਸੀਂ ਪਾ ਲਓ। ਅਸੀਂ ਚੱਲ ਗਏ ਨਾ, ਕਹੇ ਉਹਨਾਂ ਨੇ ਸਟੰਟ ਪਾਤੇ ਭਾਈ ਤੁਹਾਡੀ ਮਰਜ਼ੀ ਤੋਂ ਬਗੈਰ ਹੀ ਸਟੰਟ ਪਾ ਦਿਆ। ਸਾਨੂੰ ਦੱਸਿਆ ਪਹਿਲਾਂ ਤੁਸੀਂ ਸੈਕਿੰਡ ਓਪੀਨੀਅਨ ਲੈਂਦੇ, ਇਹਨਾਂ ਨੇ ਸਟੰਟ ਪਾ ਦਿੱਤੇ। ਪਹਿਲੇ ਪਾਤੇ ਅਸੀਂ ਕਿਹਾ ਜੀ ਸੈਕਿੰਡ ਓਪੀਨੀਅਨ ਲੈਣ ਦਿਓ, ਕਿਹਾ ਗਿਆ ਕਿ ਸਰ ਅਸੀਂ ਹਲੇ ਨਾ ਕਰੋ, ਸੈਕਿੰਡ ਓਪੀਨੀਅਨ ਲੈਣ ਦਿਓ। ਇੰਨਾ ਕਿ ਥ੍ਰੈਟਨ ਕੀਤਾ ਗਿਆ, ਸਾਨੂੰ ਡਰਾਇਆ ਗਿਆ ਕਿ ਤੁਹਾਡਾ ਪੇਸ਼ੈਂਟ ਕੋਲੈਪਸ ਹੋ ਜਾਏਗਾ, ਤੁਹਾਡਾ ਪੇਸ਼ੈਂਟ ਦਾ ਹਾਰਟ ਜਿਹੜਾ ਹੈ ਉਹ ਬਸ ਬਹੁਤ ਵੀਕ ਹੋ ਰਿਹਾ ਹੈਗਾ। ਉਹ ਇੰਨਾ ਕਿ ਥ੍ਰੈਟਨਿੰਗ ਸਿਚੁਏਸ਼ਨ ਬਣਾ ਦਿੱਤੀ ਗਈ, ਸਾਨੂੰ ਇਹ ਜਾਣ ਦਿੱਤਾ, ਸਾਡਾ ਦਿਮਾਗ ਹੋ ਗਿਆ ਪਤਾ ਹੀ ਨਹੀਂ ਲੱਗ ਸਕਿਆ ਬੱਚਿਆਂ ਨੂੰ ਕਿ ਕੀ ਹੋ ਗਿਆ ਕੀ ਸਾਰਾ। ਹਾਂਜੀ ਉਹਨਾਂ ਫਿਰ ਉਹਨਾਂ ਕੋਲ ਪ੍ਰੋਪਰ ਇਲਾਜ ਨਹੀਂ ਆਇਆ। ਉਸ ਤੋਂ ਬਾਅਦ ਫਿਰ ਸਵੇਰੇ 5:30 ਮੰਮੀ ਦੀ ਲੱਤ ਵਿੱਚ ਦਰਦ ਹੋਈ ਬਹੁਤ ਜ਼ਿਆਦਾ, 5:30 ਦਰਦ ਸ਼ੁਰੂ ਹੋਈ ਹੈ। ਇੰਨਾ 10:30 ਤੇ ਫੋਨ ਕੀਤਾ ਭਰਾ ਨੂੰ ਕਿ ਇੱਥੇ ਆਈਸੀਯੂ ਵਿੱਚ ਆਓ। ਭਰਾ ਗਿਆ ਵਾ ਤੇ ਜਾ ਕੇ ਮੈਨੂੰ ਪੁੱਛਿਆ, ਕਹਿੰਦੇ ਲੱਤ ਮੇਰੀ ਬਹੁਤ ਦਰਦ ਹੁੰਦੀ ਵੀ, ਦਰਦ ਬਰਦਾਸ਼ਤ ਨਹੀਂ ਹੁੰਦੀ ਵੀ। ਭਰਾ ਨੇ ਲੱਤ ਦਵਾਈ, ਅੱਧਾ ਘੰਟਾ ਨਹੀਂ ਫਰਕ ਪਿਆ, ਇਹਨਾਂ ਪੇਨ ਕਿਲਰ ਦਿੱਤੀ ਹੈ, ਇੰਜੈਕਸ਼ਨ ਲਗਾਇਆ, ਨਹੀਂ ਫਰਕ ਪਿਆ ਕੋਈ। ਡਾਕਟਰ ਹੁੰਦੇ ਸੀ, ਡਾਕਟਰ ਨੂੰ ਕੰਸਲਟ ਕੀਤਾ, ਡਾਕਟਰ ਨੂੰ ਵੀ ਕੀਤਾ ਸੀ, ਪਰ ਜਿਹੜਾ ਡਾਕਟਰ ਮੇਨ ਹੀ ਉਹ ਆਇਆ ਹੀ ਨਹੀਂ। ਉਹ ਕਹਿੰਦੇ ਉਹਨੇ 9 ਵਜੇ ਆਣਾ ਜੀ। ਤੇ ਉਸ ਤੋਂ ਬਾਅਦ ਭਰਾ ਚਲੋ ਆ ਗਿਆ, ਭਰਾ ਨੇ ਮੈਨੂੰ ਫੋਨ ਕੀਤਾ 7 ਵਜੇ। ਘਰੋਂ ਮੈਂ ਘਰ ਗਿਆ ਸੀ, ਘਰੋਂ ਮੈਂ ਹਸਪੀਟਲ ਆਇਆ, ਉਹਨੇ ਦਰਵਾਜ਼ਾ ਬੰਦ ਕਰ ਲਿਆ, ਆਪਾਂ ਅੰਦਰ ਨਹੀਂ ਆਉਣ ਦੇਣਾ ਜੀ। ਹੁਣ ਉਹ 9 ਵਜੇ ਅੰਦਰ ਆਇਆ। ਲਾਸਟ ਵਿੱਚ ਉਹਨਾਂ ਕੋਲ ਦਰਦ ਕੰਟਰੋਲ ਨਹੀਂ ਹੋਈ ਮੰਮੀ ਦੀ, ਲੱਤ ਵਿੱਚ ਹੋ ਗਈ ਸੀ। ਤੇ ਉਸ ਤੋਂ ਬਾਅਦ ਕਹਿੰਦੇ ਆਪਾਂ ਇਹਨਾਂ ਦਾ ਬੀਪੀ ਘਟ ਗਿਆ ਵਾ, ਉਹ ਆਪਾਂ ਹੁਣ ਸਟੇਬਲ ਕਰਾਂਗੇ ਬੀਪੀ, ਉਹ ਕੋਈ ਤਾਰ ਪਾਵਾਂਗੇ ਪੈਰ ਵਿੱਚੋਂ, ਉਹ ਥੱਲੇ ਲਾਇਆ। ਫਿਰ ਉੱਥੇ ਇਹਨਾਂ ਤਾਰ ਪਾਈ ਪੈਰ ਵਿੱਚ, ਫਿਰ ਸਾਨੂੰ ਬੁਲਾਇਆ ਤੇ ਮੰਮੀ ਚੀਕਾਂ ਮਾਰਨ ਦੇ ਸੀ, ਦਰਦ ਹੋਈ ਜਾਵੇ। ਤੇ ਕਹਿੰਦੇ ਨਹੀਂ ਤੁਹਾਡਾ ਨਾਲ ਬੀਪੀ ਵੀ ਠੀਕ ਹੈ ਹੁਣ, ਤੇ ਹਾਰਟ ਬੀਟ ਵੀ ਠੀਕ ਹੈਗੀ ਹੈ, ਸਭ ਕੁਝ ਠੀਕ ਹੋ ਗਿਆ, ਕੋਈ ਗੱਲ ਨਹੀਂ। ਕਹਿੰਦਾ ਤੁਹਾਨੂੰ ਵੇਖ ਕੇ ਘਬਰਾ ਗਏ ਤਾਂ ਕਰਦੇ ਪਏ, ਤੁਸੀਂ ਬਾਹਰ ਜਾਓ। ਅਸੀਂ ਬਾਹਰ ਆ ਗਏ। ਉਸ ਤੋਂ ਬਾਅਦ ਭਰਾ ਗਿਆ ਕੰਮ ਜਿਹੜਾ, ਤੇ ਫਿਰ ਇਹਨਾਂ ਮੈਨੂੰ ਆਵਾਜ਼ ਮਾਰ ਲਈ, ਮਾਂਜੀ ਡਾਕਟਰ ਸਾਹਿਬ, ਕਹਿੰਦੇ ਟਾਈਮ ਮੇਰੀ ਤਬੀਅਤ ਬਹੁਤ ਖਰਾਬ ਹੋ ਗਈ ਹੈ ਤੇ ਇਹਨਾਂ ਨੂੰ ਰੱਖਣਾ ਵੈਂਟੀਲੇਟਰ ਤੇ। ਮੈਂ ਕਿਹਾ ਸਰ ਤੁਸੀਂ ਕਹਿੰਦੇ ਵੀ ਠੀਕ ਹੈਗੇ ਆ, ਹੁਣ ਫਰਕ ਪੈ ਜਾਣਾ ਵਾ, ਮੈਂ ਦਰਦ ਦੇ ਕੰਟਰੋਲ ਕੋ ਨਹੀਂ ਹੁੰਦਾ ਪਿਆ। ਕਹਿੰਦੇ ਅਸੀਂ ਕਰਦੇ ਪਏ ਆ, ਜ਼ਿਆਦਾ ਖੂਨ ਪਤਲਾ ਕਰਾਂਗੇ ਦਿਮਾਗ ਦੀ ਨਾਲੀ ਫਟ ਜਾਏਗੀ, ਤੇ ਵੈਂਟੀਲੇਟਰ ਨੂੰ ਰੱਖਣਾ ਪੈਣਾ ਵਾ, ਤੁਸੀਂ ਦੱਸ ਦਿਓ ਸਾਨੂੰ। ਤੇ ਮੈਂ ਭਰਾ ਨੂੰ ਪੁੱਛਣ ਗਿਆ ਵਾ, ਤੇ ਬਾਅਦ ਫਿਰ ਮੈਨੂੰ ਆਵਾਜ਼ ਮਾਰੀ, ਕਹਿੰਦੇ ਨਹੀਂ ਤੁਹਾਡੀ ਤਬੀਅਤ ਖਰਾਬ ਹੋ ਗਈ, ਆਪਾਂ ਰੱਖਤਾ ਵੈਂਟੀਲੇਟਰ ਤੇ। ਉਸ ਤੋਂ ਬਾਅਦ ਕਹਿੰਦੇ ਤੁਹਾਡੀ ਡੈਥ ਹੋਈ ਮੰਮੀ ਦੀ ਜੀ। ਕੀ ਮੰਗ ਕਰਦੇ? ਮੰਗ ਸਾਡੀ ਇਹੀ ਜੇ ਇਨਕੁਆਇਰੀ ਇਹਨਾਂ ਦੀ ਹੋਵੇ, ਸਾਨੂੰ ਇਨਸਾਫ ਮਿਲੇ, ਜਿਹੜੇ ਇਹਨਾਂ ਨੇ ਸਹੀ ਕੰਮ ਨਹੀਂ ਕੀਤੇ, ਜਿਨ੍ਹਾਂ ਕੋਲ ਇਲਾਜ नहीं है ही ਸਾਨੂੰ ਪਹਿਲੇ ਕਹਿੰਦੇ। मैं डॉक्टर विनोद हूँ, मैं हार्ट स्पेशलिस्ट हूँ यहाँ पे द कॉरपोरेट हॉस्पिटल अमृतसर में। देखिए मामला ये है कि हमारे पास एक पेशेंट आती है 2 दिन पहले, मिसेस सुमन शर्मा। वो रात को आती है, उसको मेजर हार्ट अटैक हुआ होता है और पूरे लंग्स में पानी जमा होता है, जिसको टेक्निकली स्पीकिंग हार्ट फेलियर बोलते हैं हम। और पेशेंट बहुत सिक क्रिटिकल कंडीशन में होता है, उसका बीपी बहुत कम होता है, तो उसको हम मैनेज करते हैं मेडिसिन दवाइयों के साथ, क्योंकि इमीडिएटली हार्ट अटैक का पेशेंट जब भी आता है और हार्ट उसका कंजेशन होती है, लंग्स में हार्ट फेलियर होता है, तो इमीडिएटली हम उसको इंटरवेंशन नहीं कर सकते, एंजियोग्राफी वगैरह जो फर्दर ट्रीटमेंट होता है वो नहीं कर सकते। उसको हम यूजुअली स्टेबलाइज करते हैं पहले, ताकि उसके पैरामीटर स्टेबल हो जाएं, और उसके बाद हम नेक्स्ट लेवल पे जाएं, उसको जो भी ट्रीटमेंट होता है। उसको हमने स्टेबलाइज़ किया। पेशेंट रात को आया था 1-1:30 बजे के करीब, और उसको हमने स्टेबलाइज़ किया ओवरनाइट, और अटेंडेंट्स को हम टाइम टू टाइम समझाते रहे कि पेशेंट आपका बहुत क्रिटिकल है, इनका बीपी बहुत कम है, मेडिसिन से हम बीपी को बढ़ा रहे हैं और स्टेबलाइज करने की कोशिश कर रहे हैं। पर वो रिपीटेडली बार बार सेम, एज कोई भी पूछ सकता है, कोई भी किसी की मदर हो तो वो ऑफकोर्स एप्रीहेंशन तो रहती है कि हमारी मदर की तबीयत कैसी है। हम उनको समझाते रहे टाइम टू टाइम, ऐसा नहीं कि हमने नहीं समझाया, और वो सब कुछ हमने नोट भी किया हुआ फाइल फॉर लीगल पर्पसेस हमेशा करते हैं। पेशेंट को अगले दिन हमने स्टेबलाइज करके और
उनको ट्रीटमेंट वगैरह दे के जब पेशेंट स्टेबल हो जाता है अगले दिन, पेशेंट को फिर भी चेस्ट पेन हो रही होती है और पेशेंट का कंजेशन होती है, तो उसके बाद नेक्स्ट प्रोसीजर होता है कि हम पेशेंट की एंजियोग्राफी करके देखेंगे क्या उसमें ब्लॉकेजेस तो नहीं है और उसको हम कैसे ट्रीट कर सकते हैं। हमने वैसे ही उसको समझा के उनको पूरी प्रॉपर कंसेंट के साथ उसमें एंजियोग्राफी की और उसके बाद उसमें ब्लॉकेजेस, काफ़ी क्रिटिकल ब्लॉकेजेस थी, जो हमने अटेंडेंट्स को समझाया कि ये ब्लॉकेजेस हैं और इसको ट्रीट करना चाहिए हमें नाइसली। हमने उसमें 2 आर्टरीज में तो बहुत क्रिटिकल ब्लॉकेजेस थी। एक 100% आर्टरी कल्प्रिट आर्टरी थी जिसकी वजह से हार्ट अटैक हुआ था, और एक 80% की ब्लॉकेज थी। तीसरी आर्टरी में भी ब्लॉकेज थी, बट उसको हमने कहा उनको मेडिसिन पे रखेंगे। तो हमने उन 2 ब्लॉकेजेस की वजह से उनको कहा कि इनको हमने पीटीसीएस स्टेंट करके ठीक करेंगे, बट वो थोड़े से हेजिटेट कर रहे थे। वो हमें बार बार कह रहे थे कि क्या हम थोड़ा टाइम ले सकते हैं। मैंने उनको कहा हाँ ठीक है, आप टाइम लीजिए, बहुत ज़्यादा टाइम नहीं ले सकते, आप डिस्कस कर लीजिए 10-15 मिनट्स, क्योंकि पेशेंट को पेन हो रही है, पेशेंट कोलैप्स कर सकता है किसी भी टाइम। वो अभी बताते हैं, थोड़ी देर में बताते हैं। उन्होंने उसमें भी काफ़ी टाइम वेस्ट किया, और उसके बाद फाइनली उनको जब रियलाइज़ हुआ कि नहीं हमारा पेशेंट ठीक नहीं है, तो उन्होंने कंसेंट दे दी, और प्रॉपर कंसेंट के साथ हमने उसमें स्टेंट डाल के पेशेंट को स्टेबल कर दिया। स्टेबल करके पेशेंट बिल्कुल सही हालत में हमने उनको आईसीयू में शिफ्ट किया, और आईसीयू में जब पेशेंट जाके उसको हम ऑब्जर्वेशन में रखते हैं हार्ट अटैक के बाद, और 24-48 घंटे ऑब्जर्वेशन में रखते हैं। और ऑब्जर्वेशन में पेशेंट जब था तो सब ठीक चल रहा था, लेकिन पेशेंट को अगली मॉर्निंग, मतलब आज मॉर्निंग में पेशेंट का बीपी ड्रॉप होना शुरू हो जाता है, दोबारा से पेशेंट रेस्टलेस होना शुरू हो जाता है। तो हमें ये देखना होता है कि क्या पेशेंट में के स्टेंट में कोई ब्लॉकेज दोबारा से तो नहीं आ गई स्टेंट। वो सब हमने दोबारा से चेक किया, स्टेंट्स ठीक चल रहे थे, लेकिन पेशेंट का क्योंकि वो डिले हुआ था ऑलरेडी प्रोसीजर, तो उसकी वजह से हार्ट वीक होता जा रहा था उसका, तो उसकी वजह से बीपी उनका बहुत ड्रॉप कर रहा था। पेशेंट कार्डियोजेनिक शॉक में ही रहा। हमने उनको बता के कि पेशेंट को जो है इस तरह की जब कार्डियोजेनिक शॉक होता है तो सारे ऑर्गन्स इन्वॉल्व होना शुरू हो जाते हैं, तो उसकी वजह से उनको कुछ मेडिसिन देनी पड़ती है जिससे बीपी बढ़ाया जाए। वो देने के बावजूद भी बीपी जब कम हो रहा था, तो अटेंडेंट्स को बता के फिर हमारे पास एक लास्ट रिजॉर्ट होता है कि उसमें एक बैलून पंप डालते हैं, आईएबीपी बोलते हैं, उससे हम बीपी को बढ़ाते हैं। वो डाल के हमने पेशेंट का बीपी बढ़ाने की कोशिश की। जो भी गाइडलाइन डायरेक्टेड थेरेपीज हैं हमने सब उनको दी जो एज पर बुक्स देनी चाहिए, बट पेशेंट बहुत क्रिटिकल हालत में था, और लास्ट में उनको कार्डियक अरेस्ट होके सीपीआर भी किया हमने बहुत ज़्यादा, और कोलैप्स हो गया पेशेंट, एंड पेशेंट शी डाइड। हमें पेशेंट के परिजनों के साथ हमारी पूरी सिंपैथी है, बट उनको ये बात समझनी चाहिए कि उनका पेशेंट सिक था, और कोई भी पेशेंट ऐसे मर सकता है। उसका ये मतलब नहीं कि उनका पेशेंट ही मरा या पेशेंट कोई नेग्लिजेंस हुई है, ऐसा कुछ नहीं। सो दिस इज़ द रियलिटी ऑफ द स्टोरी। ਮਾਲਵਾ ਜੀ ਇੱਕ ਸਾਨੂੰ ਫੋਨ ਗਿਆ ਸੀ ਕਿ ਕਾਰਪੋਰੇਟ ਹਸਪੀਟਲ ਸੁਮਨ ਸ਼ਰਮਾ ਲੇਡੀਜ਼ ਪੂਰੀ ਹੋ ਗਈ ਆ, ਉਹਦੇ ਸਬੰਧ ਵਿੱਚ ਉਹਨਾਂ ਦੇ ਘਰਦਿਆਂ ਨੇ ਧਰਨਾ ਲਾਇਆ। ਇੱਥੇ ਕੋਈ ਬੋਲ-ਬਾਲ ਰਹੇ ਨੇ ਹਸਪੀਟਲ ਦੇ ਵਿੱਚ, ਉਹ 'ਤੇ ਮੈਂ ਮੌਕੇ 'ਤੇ ਆਇਆ। ਮੌਕੇ ਦੇ ਵਿੱਚ ਇਹਨਾਂ ਨੇ ਬਾਅਦ ਜਿਹੜਾ ਲੜਕੀ ਵਾਲੇ ਸੁਮਨ ਸ਼ਰਮਾ ਵਾਲੇ ਉਹਨਾਂ ਨੇ ਧਰਨਾ ਲਾ ਲਿਆ। ਧਰਨੇ 'ਚ ਇਹਨਾਂ ਨੂੰ ਸਮਝਾ ਕੇ ਤੇ ਇਹਨਾਂ ਨੇ ਇੱਕ ਸਾਨੂੰ ਦਰਖਾਸਤ ਦਿੱਤੀ ਹੈ। ਦਰਖਾਸਤ 'ਤੇ ਜਿਹੜੀ ਬਣਦੀ ਹੋਏਗੀ ਕਾਰਵਾਈ ਉਹ ਕੀਤੀ ਜਾਏਗੀ।